ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਇੱਕ ਨਗਰ ਵਿੱਚ ਪਹੁੰਚੇ। ਉੱਥੇ ਇੱਕ ਚੌਧਰੀ ਰਹਿੰਦਾ ਸੀ। ਉਹਨੂੰ ਆਪਣੇ ਰੁਤਬੇ ਦਾ ਬੜਾ ਮਾਣ ਸੀ। ਉਹ ਆਪਣੇ ਆਪ ਨੂੰ ਹੀ ਸਭ ਕੁਝ ਮੰਨਦਾ ਸੀ। ਬੜਾ ਹੰਕਾਰਿਆ ਹੋਇਆ ਸੀ। ਉਹ ਦੂਜੇ ਨੂੰ ਕੁਝ ਨਹੀਂ ਸੀ ਸਮਝਦਾ। ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਚੱਲ ਰਹੇ ਸਨ। ਚੌਧਰੀ ਘੋੜੇ ਤੇ ਚੜ੍ਹ ਕੇ ਆਇਆ। ਉਹਨੇ ਭਾਈ ਮਰਦਾਨਾ ਜੀ ਦੇ ਪਿੱਛੇ ਲੱਤ ਮਾਰੀ। ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਤੂੰ ਕੁਰਾਈਏ ਦਾ ਡੂਮ ਹੈ, ਕੀ ਤੈਨੂੰ ਇੰਨਾ ਨਹੀਂ ਪਤਾ? ਜਦੋਂ ਕੋਈ ਵੱਡਾ ਬੰਦਾ ਲੱਗੇ ਤਾਂ ਰਸਤਾ ਛੱਡ ਕੇ ਤੁਰੀਦਾ। ਕੀ ਤੈਨੂੰ ਪਤਾ ਨਹੀਂ ਇੱਥੋਂ ਚੌਧਰੀ ਲੰਘ ਰਿਹਾ, ਅੱਗੇ ਤੋਂ ਰਸਤਾ ਛੱਡ ਕੇ ਤੁਰਿਆ ਕਰ। ਭਾਈ ਮਰਦਾਨਾ ਜੀ ਉਹਦੀ ਲੱਤ ਸਹਾਰ ਨਾ ਸਕੇ ਤੇ ਨੀਚੇ ਡਿੱਗ ਗਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਘੁੰਮ ਕੇ ਦੇਖਿਆ ਤੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਭਾਈ ਮਰਦਾਨਿਆ, ਤੂੰ ਇੱਕ ਪਾਸੇ ਹੋ ਕੇ ਚੱਲਿਆ ਕਰ, ਅੰਬਰ ਕੇ ਚੱਲਿਆ ਕਰ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਪੁੱਛਣ ਲੱਗੇ, ਭਾਈ ਮਰਦਾਨਿਆ, ਕਿਤੇ ਕੋਈ ਚੋਟ ਤਾਂ ਨਹੀਂ ਲੱਗੀ? ਭਾਈ ਮਰਦਾਨਾ ਜੀ ਕਹਿਣ ਲੱਗੇ, ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਕਿ ਚੌਧਰੀ ਨੇ ਮੈਨੂੰ ਲੱਤ ਮਾਰੀ ਤੇ ਮੈਂ ਗਿਰ ਗਿਆ, ਪਰ ਮਹਾਰਾਜ ਮੈਨੂੰ ਦੁੱਖ ਇਸ ਗੱਲ ਦਾ ਹੈ, ਉਹਨੇ ਤੁਹਾਨੂੰ ਕੁਰਾਈਆ ਕਿਹਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ, ਮੇਰੇ ਕੋਲੋਂ ਇਹ ਸੁਣਿਆ ਨਹੀਂ ਜਾਂਦਾ। ਉਹ ਤੁਹਾਨੂੰ ਕੁਰਾਈਆ ਆਖੇ, ਜੇ ਮੈਨੂੰ ਕੋਈ ਡੂਮ ਕਹੇ ਜਾਂ ਮਰਾਸੀ ਕਹੇ ਤਾਂ ਮੈਂ ਜਰ ਲਾਂਗਾ, ਪਰ ਜੇ ਤੁਹਾਨੂੰ ਕੋਈ ਗਲਤ ਕਹੇ ਤਾਂ ਮੇਰੇ ਕੋਲ ਜਰਿਆ ਨਹੀਂ ਜਾਂਦਾ। ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੜਾ ਪਿਆਰ ਕਰਦੇ ਸਨ। ਗੁਰੂ ਸਾਹਿਬ ਨੂੰ ਕੋਈ ਕੁਝ ਕਹੇ ਉਹ ਸਹਾਰ ਨਹੀਂ ਸੀ ਸਕਦੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਜਿਸ ਚੌਧਰੀ ਨੇ ਮੇਰੇ ਗੁਰੂ ਨੂੰ ਕੁਰਾਈਆ ਆਖਿਆ, ਉਹ ਐਸੀ ਥਾਂ ਤੇ ਡਿੱਗੇ ਜਿੱਥੇ ਉਹਨੂੰ ਪਾਣੀ ਵੀ ਨਸੀਬ ਨਾ ਹੋਏ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਦੇ ਮੁਖ ਤੇ ਹੱਥ ਰੱਖ ਦਿੱਤਾ। ਤੁਸੀਂ ਸਾਡੇ ਸਾਥੀ ਹੋ ਤੇ ਤੁਹਾਡੀ ਅਵਸਥਾ ਬ੍ਰਹਮ ਗਿਆਨ ਦੀ ਹੈ। ਤੁਸੀਂ ਜੋ ਬੋਲੋਗੇ ਉਹ ਦਰਗਾਹ ਵਿੱਚ ਵੀ ਸੁਣਿਆ ਜਾਂਦਾ ਹੈ। ਜੋ ਤੁਸੀਂ ਕਹੋਗੇ ਉਹ ਦਰਗਾਹ ਵਿੱਚ ਧਰਮਰਾਜ ਨੂੰ ਵੀ ਮੰਨਣਾ ਪਏਗਾ। ਤੁਸੀਂ ਆਪਣੇ ਮਨ ਨੂੰ ਟਿਕਾ ਵਿੱਚ ਲਿਆਓ ਤੇ ਅਸੀਂ ਬੈਠ ਕੇ ਪਰਮੇਸ਼ਵਰ ਦਾ ਜਸ ਕਰੀਏ। ਸਾਨੂੰ ਇਹੋ ਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ। ਕਿਸੇ ਦੀ ਗੱਲ ਨੂੰ ਆਪਣੇ ਮਨ ਤੇ ਨਹੀਂ ਲਾਣਾ ਚਾਹੀਦਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਰਦਾਨਿਆ ਜੀ, ਸਾਹਮਣੇ ਬੜੀ ਸੋਹਣੀ ਜਗ੍ਹਾ ਹੈ, ਅਸੀਂ ਉੱਥੇ ਜਾ ਕੇ ਬੈਠਦੇ ਹਾਂ। ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ ਤੇ ਗੁਰੂ ਸਾਹਿਬ ਸ਼ਬਦ ਗਾਇਨ ਕਰਨ ਲੱਗੇ। ਭਾਈ ਮਰਦਾਨਾ ਜੀ ਨੇ ਬੜੀ ਸੋਹਣੀ ਰਬਾਬ ਵਜਾਈ ਤੇ ਗੁਰੂ ਸਾਹਿਬ ਜੀ ਨੇ ਕੀਰਤਨ ਕੀਤਾ। ਜਦੋਂ ਕੀਰਤਨ ਸਮਾਪਤ ਹੋਇਆ ਤਾਂ ਉਤੋਂ ਹਾਏ ਹਾਏ ਦੀ ਆਵਾਜ਼ ਆਉਣ ਲੱਗੀ। ਕੋਈ ਹਾਏ ਹਾਏ ਕਰ ਰਿਹਾ ਸੀ ਤੇ ਪਾਣੀ ਦੀ ਪੁਕਾਰ ਕਰ ਰਿਹਾ ਸੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਦੇਖੋ ਇੱਥੇ ਕੌਣ ਹੈ ਜਿਹੜਾ ਪਾਣੀ ਪਾਣੀ ਕਰ ਰਿਹਾ ਹੈ। ਭਾਈ ਮਰਦਾਨਾ ਜੀ ਨੇ ਦੇਖਿਆ, ਇਹ ਤਾਂ ਉਹੀ ਚੌਧਰੀ ਹੈ ਜਿਹੜਾ ਘੋੜੇ ਤੇ ਸਵਾਰ ਹੋ ਕੇ ਆਇਆ ਸੀ ਤੇ ਹੁਣ ਉਹ ਪੱਥਰ ਨਾਲ ਟਕਰਾ ਗਿਆ ਤੇ ਗਿਰ ਗਿਆ। ਘੋੜਾ ਵੀ ਗਿਰ ਗਿਆ, ਆਪ ਵੀ ਗਿਰ ਗਿਆ। ਉਹਨੂੰ ਇੰਨੀਆਂ ਸੱਟਾਂ ਵੱਜੀਆਂ ਕਿ ਉਹਦੇ ਕੋਲ ਉੱਠ ਵੀ ਨਾ ਹੋਇਆ ਤੇ ਪਿਆਸ ਦੇ ਕਾਰਨ ਪਾਣੀ ਦੀ ਪੁਕਾਰ ਕਰਨ ਲੱਗਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਇਹ ਤਾਂ ਹੰਕਾਰਿਆ ਪਿਆ ਸੀ, ਇਹਨੂੰ ਆਪਣੇ ਆਪ ਤੇ ਬੜਾ ਮਾਣ ਸੀ, ਇਹਨੂੰ ਆਪਣੇ ਰੁਤਬੇ ਦਾ ਬੜਾ ਮਾਣ ਸੀ। ਇਹ ਦੂਜੇ ਨੂੰ ਕੀੜੇ ਮਕੌੜੇ ਸਮਝ ਰਿਹਾ ਸੀ। ਹੁਣ ਇਹ ਧਰਤੀ ਤੇ ਡਿੱਗਾ ਪਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਆਏ। ਚੌਧਰੀ ਨੇ ਆਪਣੀਆਂ ਅੱਖਾਂ ਉੱਪਰ ਕੀਤੀਆਂ, ਦੇਖਿਆ ਸਾਹਮਣੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੈ ਤੇ ਭਾਈ ਮਰਦਾਨਾ ਜੀ ਹੈ। ਉਹਨੂੰ ਧਿਆਨ ਵਿੱਚ ਆਇਆ, ਇਹ ਤਾਂ ਉਹੀ ਫਕੀਰ ਹੈ ਜਿਨ੍ਹਾਂ ਦੀ ਮੈਂ ਲੱਤ ਮਾਰੀ ਹੈ ਤੇ ਹੁਣ ਪਾਣੀ ਦੀ ਪੁਕਾਰ ਕਰਨ ਲੱਗਾ। ਉਹਨੂੰ ਇਹ ਪਤਾ ਚੱਲ ਗਿਆ, ਫਕਰ ਬੰਦਿਆਂ ਨਾਲ ਬੁਰਾ ਕਰਨ ਨਾਲ ਕਿੰਨੀ ਜਲਦੀ ਕਰਮਾਂ ਦੀ ਸਜ਼ਾ ਮਿਲ ਜਾਂਦੀ ਹੈ। ਚੌਧਰੀ ਕਹਿਣ ਲੱਗਾ, ਮੈਨੂੰ ਬਖਸ਼ ਲਓ, ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮੈਂ ਕੀ ਬਖਸ਼ਣਾ ਹੈ? ਤੂੰ ਭਾਈ ਮਰਦਾਨਾ ਜੀ ਦੀ ਲੱਤ ਮਾਰੀ ਹੈ, ਹੁਣ ਤੈਨੂੰ ਇਹੀ ਬਖਸ਼ ਸਕਦੇ ਆ। ਚੋਟਾਂ ਲੱਗਣ ਦੇ ਕਾਰਨ ਚੌਧਰੀ ਹਾਏ ਹਾਏ ਕਰ ਰਿਹਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਤੁਹਾਡੇ ਬਚਨਾਂ ਨਾਲ ਹੀ ਸਭ ਕੁਝ ਹੋਇਆ। ਤੁਹਾਡੇ ਬਚਨਾਂ ਨਾਲ ਹੀ ਇਹਨਾਂ ਦਾ ਦਰਦ ਦੂਰ ਹੋਣਾ ਹੈ। ਅਸੀਂ ਕੁਝ ਨਹੀਂ ਕਰ ਸਕਦੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ, ਇਸ ਨੇ ਤੁਹਾਨੂੰ ਕੁਰਾਈਆ ਕਿਹਾ। ਜੇ ਕੋਈ ਮੈਨੂੰ ਮਰਾਸੀ ਜਾਂ ਡੂਮ ਕਹੇ ਮੈਂ ਜਰ ਲਾਂਗਾ, ਪਰ ਜੇ ਤੁਹਾਨੂੰ ਕੋਈ ਕੁਰਾਈਆ ਕਹੇ ਤਾਂ ਮੈਂ ਜਰ ਨਹੀਂ ਸਕਦਾ। ਇਹਨੂੰ ਸਜ਼ਾ ਮਿਲ ਲੈਣ ਦਿਓ। ਨਾਲੇ ਤੁਹਾਡੇ ਬਚਨ ਨੇ ਜਿਹੜੇ ਪਾਪੀ ਹੁੰਦੇ ਆ ਉਹਨਾਂ ਨੂੰ ਦੰਡ ਮਿਲਦਾ ਹੈ। ਇਹਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ। ਇਹਨੂੰ ਧਰਮਰਾਜ ਨੇ ਵੀ ਸਜ਼ਾ ਦੇਣੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਮਰਦਾਨਾ ਜੀ, ਤੁਹਾਡੇ ਕੋਲ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨੀ ਦਾ ਇਹ ਕੰਮ ਨਹੀਂ ਹੁੰਦਾ। ਤੁਸੀਂ ਇਹਨੂੰ ਮਾਫ ਕਰ ਦਿਓ ਤਾਂ ਕਿ ਇਹਦਾ ਦਰਦ ਹਟ ਜਾਵੇ। ਇਹਨਾਂ ਨੂੰ ਪਾਣੀ ਪਿਲਾ ਦਿਓ, ਇਹਨਾਂ ਦੀ ਮੁਕਤੀ ਹੋ ਜਾਵੇਗੀ।
ਤੁਹਾਡੇ ਬਚਨਾਂ ਨਾਲ ਹੀ ਇਹਨਾਂ ਦੀ ਮੁਕਤੀ ਹੋਣੀ ਹੈ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਬਚਨ ਮੰਨੇ। ਉੱਥੇ ਇੱਕ ਨਦੀ ਵਗਦੀ ਸੀ। ਭਾਈ ਮਰਦਾਨਾ ਜੀ ਨੇ ਜਲ ਉਹਦੇ ਮੂੰਹ 'ਚ ਪਾਇਆ। ਫਿਰ ਕਿਤੇ ਜਾ ਕੇ ਉਹਦੇ ਪ੍ਰਾਣ ਪਖੇਰੂ ਨਿਕਲੇ। ਉਸ ਤੋਂ ਬਾਅਦ ਉਹਦੀ ਮੁਕਤੀ ਹੋਈ, ਕਿਉਂਕਿ ਭਾਈ ਮਰਦਾਨਾ ਜੀ ਬ੍ਰਹਮ ਗਿਆਨੀ ਸਨ। ਜੇ ਕੋਈ ਕਿਸੇ ਬ੍ਰਹਮ ਗਿਆਨੀ ਦੇ ਹੱਥੋਂ ਜਲ ਛਕ ਲਵੇ ਤਾਂ ਉਹਦੀ ਮੁਕਤੀ ਹੋ ਜਾਂਦੀ ਹੈ। ਇਸ ਤਰ੍ਹਾਂ ਇੱਕ ਸਾਖੀ ਹੋਰ ਵੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਲੰਬੇ ਸ਼ਹਿਰ ਵਿੱਚ ਗਏ। ਇੱਕ ਜ਼ਮੀਂਦਾਰ ਮੱਕੀ ਦੇ ਖੇਤ ਕੋਲ ਖੜਾ ਸੀ। ਮੱਕੀ ਦੇ ਖੇਤ ਕੋਲ ਜਿਹੜੇ ਟਾਂਡੇ ਹੁੰਦੇ ਆ, ਉਹਨਾਂ ਤੇ ਛਲੀਆਂ ਲੱਗੀਆਂ ਸਨ। ਛਲੀਆਂ ਦੇ ਉੱਪਰ ਜਿਹੜੇ ਵਾਲ ਨਿਕਲਦੇ ਆ, ਉਹਨਾਂ ਵਿੱਚੋਂ ਇੱਕ ਦਾਣਾ ਗੁਰੂ ਸਾਹਿਬ ਦੇ ਨਜ਼ਰੀ ਪਿਆ। ਉਸ ਨੂੰ ਦੇਖ ਕੇ ਗੁਰੂ ਸਾਹਿਬ ਹੱਸ ਪਏ ਤੇ ਕਹਿਣ ਲੱਗੇ, ਵਾਹਿਗੁਰੂ ਬੜਾ ਬੇਅੰਤ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਕੁਝ ਸਾਡੇ ਪੱਲੇ ਵੀ ਪਾ ਦਿਓ। ਕੋਈ ਨਾ ਵਜ੍ਹਾ ਹੋਏਗੀ ਜਿਹੜੇ ਤੁਸੀਂ ਛਲੀਆਂ ਨੂੰ ਦੇਖ ਕੇ ਹੱਸੇ ਹੋ। ਤੁਹਾਡਾ ਉੱਠਣਾ ਬੈਠਣਾ ਨਿਰਾਰਥਕ ਨਹੀਂ ਹੁੰਦਾ, ਉਹਦਾ ਕੋਈ ਨਾ ਕੋਈ ਅਰਥ ਹੁੰਦਾ। ਤੁਸੀਂ ਮੱਕੀ ਨੂੰ ਦੇਖ ਕੇ ਹੱਸੇ ਹੋ, ਮਹਾਰਾਜ ਮੈਨੂੰ ਵੀ ਇਹਦਾ ਭੇਦ ਦੇ ਦਿਓ। ਭਾਈ ਮਰਦਾਨਾ ਜੀ ਨੂੰ ਪਤਾ ਸੀ ਕਿ ਇਹਦੇ ਵਿੱਚ ਕੋਈ ਗੁੱਜਾ ਭੇਦ ਹੈ। ਕੋਲ ਖੜਾ ਜ਼ਮੀਂਦਾਰ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ। ਉਹ ਕਹਿਣ ਲੱਗਾ, ਇਹ ਦੋ ਫੱਕਰ ਬੰਦੇ ਹੈ, ਇਹ ਕੀ ਗੱਲਾਂ ਕਰੀ ਜਾਂਦੇ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹ ਜਿਹੜਾ ਛੱਲੀ ਦੇ ਉੱਪਰ ਦਾਣਾ ਨਜ਼ਰ ਆ ਰਿਹਾ ਹੈ, ਕਈ ਕੋਹਾਂ ਦੂਰ ਇੱਕ ਮੁਰਗੀ ਹੈ, ਇਹ ਉਹਦੇ ਮੁੱਖ ਵਿੱਚ ਜਾਣਾ ਹੈ, ਉਹੀ ਇਸ ਨੂੰ ਖਾਏਗੀ। ਇਸ ਦਾਣੇ ਤੇ ਮੁਰਗੀ ਦਾ ਨਾਮ ਲਿਖਿਆ ਹੈ। ਜਦੋਂ ਜ਼ਿਮੀਂਦਾਰ ਨੇ ਸਾਰੀ ਗੱਲ ਸੁਣੀ ਤਾਂ ਉਹ ਮਾਣ ਵਿੱਚ ਆ ਗਿਆ, ਹੰਕਾਰ ਵਿੱਚ ਆ ਗਿਆ। ਇਹ ਫੱਕਰ ਬੰਦੇ ਐਵੇਂ ਹੀ ਗੱਲਾਂ ਮਾਰ ਰਹੇ ਹੈ। ਮੈਂ ਤਾਂ ਇਹਨਾਂ ਨੂੰ ਸਿਆਣਾ ਸਮਝਦਾ ਸੀ। ਇਹ ਜਿੰਨੀ ਵੀ ਫਸਲ ਹੈ ਇਹ ਮੈਂ ਬੀਜੀ ਹੈ, ਮੈਂ ਮਿਹਨਤ ਕੀਤੀ ਹੈ। ਇਸ ਦਾ ਕੋਈ ਵੀ ਦਾਣਾ ਦੂਜਾ ਕਿਵੇਂ ਖਾ ਸਕਦਾ ਹੈ? ਇਹਦੇ ਦਾਣੇ ਮੁਰਗੀ ਕਿਵੇਂ ਖਾ ਸਕਦੀ ਹੈ? ਐਦਾਂ ਕਿੱਦਾਂ ਉਹ ਮੁਰਗੀ ਇਹ ਦਾਣਾ ਖਾ ਲਵੇਗੀ? ਮੈਂ ਇਹ ਚੀਜ਼ ਨਿਬੇੜ ਦੇਣਾ, ਇਹ ਦਾਣਾ ਮੈਂ ਹੀ ਖਾ ਲੈਣਾ। ਉਹ ਸੱਚੇ ਪਾਤਸ਼ਾਹ ਦੇ ਬਚਨ ਸੁਣ ਰਿਹਾ ਸੀ, ਪਰ ਉਹ ਹੰਕਾਰ ਵਿੱਚ ਆ ਗਿਆ। ਉਹ ਕਹਿਣ ਲੱਗਾ, ਬਹੁਤ ਹੋ ਗਈਆਂ ਤੁਹਾਡੀਆਂ ਗੱਲਾਂ, ਤੁਹਾਨੂੰ ਝੂਠਾ ਸਾਬਿਤ ਕਰਦਾ। ਤੁਹਾਡੇ ਵਰਗੇ ਪਖੰਡੀ ਇੱਥੇ ਬੜੇ ਤੁਰੇ ਫਿਰਦੇ ਐ। ਉਹਨੇ ਛੱਲੀ ਤੋੜੀ ਤੇ ਉਹਦਾ ਦਾਣਾ ਮੁੱਖ 'ਚ ਪਾਣਾ ਚਾਹਿਆ, ਪਰ ਐਸਾ ਭਾਣਾ ਵਰਤਿਆ ਉਹ ਦਾਣਾ ਉਹਦੇ ਨੱਕ ਵਿੱਚ ਫਸ ਗਿਆ। ਨੇੜੇ ਪਿੰਡ ਵਿੱਚ ਕੋਈ ਹਕੀਮ ਨਹੀਂ ਸੀ। ਹਕੀਮ ਕਈ ਕੁ ਮੀਲ ਦੂਰ ਸੀ। ਇਲਾਜ ਕਰਾਉਣ ਵਾਸਤੇ ਉਹ ਉਹਦੇ ਕੋਲ ਗਿਆ। ਹਕੀਮ ਨੇ ਦਵਾਈ ਦਿੱਤੀ, ਉਹਦੇ ਨਾਲ ਛੀਕ ਆ ਗਈ ਤੇ ਜਦੋਂ ਛੀਕ ਆਈ ਤਾਂ ਉਹ ਦਾਣਾ ਦੂਰ ਜਾ ਡਿੱਗਾ। ਮੁਰਗੀ ਉੱਥੇ ਚੋਗਾ ਚੁਗ ਰਹੀ ਸੀ। ਉਹਨੇ ਜਦੋਂ ਦਾਣਾ ਦੇਖਿਆ ਆਪਣੇ ਮੂੰਹ 'ਚ ਪਾ ਲਿਆ। ਇਹ ਸਾਰਾ ਵਰਤਾਨ ਦੇ ਕੇ ਇਦਾਰ ਕਹਿਣ ਲੱਗਾ, ਧੰਨ ਫਕੀਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਕੋਹਾਂ ਦਾ ਰਿਜ਼ਕ ਇੰਨੀ ਜਲਦੀ ਇੱਥੇ ਪੜਾ ਦਿੱਤਾ। ਗੁਰੂ ਸਾਹਿਬ ਕਹਿੰਦੇ ਹੈ, ਰੋਟੀ ਦੀ ਖਾਤਰ ਤੂੰ ਕਿਉਂ ਇੰਨਾ ਪਰੇਸ਼ਾਨ ਹੋਈ ਜਾਂਦਾ ਹੈ? ਜੋ ਕੁਝ ਰੱਬ ਨੇ ਤੈਨੂੰ ਦੇਣ ਦਾ ਫੈਸਲਾ ਕੀਤਾ ਹੈ ਉਹ ਦੇ ਕੇ ਰਹੇਗਾ। ਜਿਸ ਤਰ੍ਹਾਂ ਜੀਆਂ ਦਾ ਰਿਜ਼ਕ ਮੁਕਰਰ ਹੈ ਉਹ ਉਹਨੂੰ ਮਿਲ ਹੀ ਜਾਂਦਾ ਹੈ। ਉਹ ਆਪ ਰਿਜ਼ਕ ਦੇਣ ਵਾਲਾ ਹੈ, ਉਸ ਤੋਂ ਬਿਨਾਂ ਰਿਜ਼ਕ ਦੇਣ ਵਾਲਾ ਕੋਈ ਦੂਜਾ ਨਹੀਂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵਚਨ ਸੱਚੇ ਹਨ। ਜ਼ਿਮੀਂਦਾਰ ਮਾਣ ਵਿੱਚ ਫਿਰਦਾ ਸੀ, ਹੰਕਾਰ ਵਿੱਚ ਫਿਰਦਾ ਸੀ। ਉਹਦੀ ਹਉਮੈ ਟੁੱਟ ਗਈ। ਜ਼ਿਮੀਂਦਾਰ ਨੇ ਗੁਰੂ ਸਾਹਿਬ ਕੋਲੋਂ ਮਾਫੀ ਮੰਗੀ। ਉਸ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬੰਦਾ ਰਿਜ਼ਕ ਦੀ ਬਹੁਤ ਫਿਕਰ ਕਰਦਾ ਹੈ, ਬਹੁਤ ਜੋੜਦਾ ਹੈ, ਅੱਗੇ ਸਮੇਂ ਵਾਸਤੇ ਬਹੁਤ ਇਕੱਠਾ ਕਰ ਲੈਂਦਾ ਹੈ, ਫਿਰ ਵੀ ਉਹਨੂੰ ਸ਼ਾਂਤੀ ਨਹੀਂ ਮਿਲਦੀ। ਪਰ ਪੰਛੀ ਇਹਨਾਂ ਗੱਲਾਂ ਦੀ ਫਿਕਰ ਨਹੀਂ ਕਰਦੇ। ਉਹਨਾਂ ਨੂੰ ਵਿਸ਼ਵਾਸ ਹੈ ਜਿਹਨੇ ਅੱਜ ਦਿੱਤਾ ਉਹ ਕੱਲ੍ਹ ਵੀ ਦੇਵੇਗਾ। ਗੁਰੂ ਸਾਹਿਬ ਕਹਿੰਦੇ ਨੇ, ਪੰਛੀਆਂ ਦੇ ਪੱਲੇ ਕੋਈ ਧਨ ਨਹੀਂ ਬਣਿਆ। ਉਹ ਰੱਬ ਦੇ ਬਣਾਏ ਹੋਏ ਰੁੱਖਾਂ ਤੇ ਪਾਣੀ ਦਾ ਆਸਰਾ ਲਈ ਜਾਂਦੇ ਹੈ। ਉਹਨਾਂ ਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਹੈ। ਚਾਰੇ ਪਾਸੇ ਰੱਬ ਹੈ, ਰੱਬ ਤੋਂ ਬਿਨਾਂ ਕੋਈ ਨਹੀਂ। ਜਿਹੜਾ ਸਾਡੇ ਮੱਥੇ 'ਤੇ ਲਿਖਿਆ ਉਹ ਕੋਈ ਮੇਟ ਨਹੀਂ ਸਕਦਾ। ਚਾਰੇ ਪਾਸੇ ਉਹ ਪਰਮੇਸ਼ਵਰ ਹੈ, ਉਹਦਾ ਹੀ ਹੁਕਮ ਚੱਲ ਰਿਹਾ। ਇਸੇ ਤਰ੍ਹਾਂ ਜ਼ਿਮੀਂਦਾਰ ਦਾ ਹੰਕਾਰ ਟੁੱਟਿਆ, ਉਸ ਚੌਧਰੀ ਦਾ ਵੀ ਹੰਕਾਰ ਟੁੱਟਿਆ। ਇਸ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ, ਅਸੀਂ ਕਦੀ ਹੰਕਾਰ ਨਹੀਂ ਕਰਨਾ, ਕਿਉਂਕਿ ਮੌਤ ਸਭ ਦੇ ਉੱਪਰ ਖੜੀ ਹੈ। ਹੇ ਵਾਹਿਗੁਰੂ ਜੀ, ਮੇਰੇ 'ਤੇ ਕਿਰਪਾ ਕਰੋ, ਕਿਤੇ ਮੇਰੇ ਵਿੱਚ ਹਉਮੈ ਨਾ ਆ ਜਾਏ। ਕਿਰਪਾ ਕਰਕੇ ਮੈਨੂੰ ਇਸ ਤੋਂ ਛੁਡਾ ਦਿਓ। ਜਿੱਥੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਏ ਉਹ ਥਾਂ ਧੰਨ ਹੋ ਗਈ। ਉਹਨਾਂ ਨੇ ਲੋਕਾਂ ਨੂੰ ਰੱਬ ਨਾਲ ਜੋੜਿਆ, ਹੰਕਾਰ, ਲਾਲਚ, ਨਫ਼ਰਤ ਦਾ ਹਨੇਰਾ ਮਿਟਾਇਆ, ਮਨੁੱਖਤਾ ਤੇ ਪਿਆਰ ਦਾ ਜੱਗ ਵਿੱਚ ਚਾਨਣ ਕੀਤਾ। ਜਿੱਥੇ ਜਿੱਥੇ ਗੁਰੂ ਸਾਹਿਬ ਗਏ ਉੱਥੇ ਲੋਕਾਂ ਦੇ ਦਿਲ ਪਵਿੱਤਰ ਹੋ ਗਏ। ਲੋਕ ਸੱਚੇ ਜੀਵਨ ਦੀ ਰਾਹ ਤੇ ਚੱਲ ਪਏ। ਪਰਮੇਸ਼ਵਰ ਦੀ ਬਾਣੀ ਨੇ ਮਨੁੱਖ ਨੂੰ ਅੰਦਰੋਂ ਜਗਾਇਆ। ਜਿਵੇਂ ਸੂਰਜ ਚੜ੍ਹਦਾ ਹੈ, ਰਾਤ ਦਾ ਹਨੇਰਾ ਮਿਟ ਜਾਂਦਾ ਹੈ। ਪਰਮਾਤਮਾ ਨੇ ਆਪ
ਜੀਵਾਂ ਤੇ ਕਿਰਪਾ ਕੀਤੀ, ਨਾਨਕ ਰੂਪ ਵਿੱਚ ਆਕਾਰ ਧਾਰਿਆ। ਕਾਲੀ ਰਾਤ ਵਰਗੇ ਦੁੱਖਾਂ ਦੇ ਯੁੱਗ ਵਿੱਚ ਇੱਕ ਦੀਵੇ ਵਾਂਗ ਜੋਤ ਉਭਰੀ। ਉਹ ਜੋਤ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਹੁਣ ਕਥਾ ਸਰਵਣ ਕਰੀਏ ਜੀ। ਹੁਣ ਤੁਸੀਂ ਇਤਿਹਾਸ ਵਿੱਚੋਂ ਦਰਸ਼ਨ ਕਰਿਓ ਮਿੱਠੇ ਬੋਲਣ ਵਾਲੇ ਦੇ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। 10ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਘੋੜੇ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚੋਂ ਨਿਕਲ ਰਹੇ ਸਨ। ਸਾਹਮਣੇ ਇੱਕ ਗੁਰਸਿੱਖ ਕੱਚੀ ਕੰਧ ਤੇ ਚੜਿਆ ਹੋਇਆ ਸੀ। ਉਹ ਕੰਧ ਨੂੰ ਮਿੱਟੀ ਨਾਲ ਲਿਪ ਰਿਹਾ ਸੀ। ਉਸ ਸਿੱਖ ਦੇ ਹੱਥੋਂ ਮਿੱਟੀ ਛੁੱਟ ਗਈ ਤੇ ਥੱਲੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਲੱਗ ਰਹੇ ਸਨ। ਉਹਨਾਂ ਦੇ ਵਸਤਰਾਂ ਤੇ ਉਹ ਮਿੱਟੀ ਪੈ ਗਈ। ਜਿਹੜੇ ਗੁਰੂ ਸਾਹਿਬ ਦੇ ਪਿੱਛੇ ਸਿੰਘ ਜਾ ਰਹੇ ਸਨ, ਉਹਨਾਂ ਨੂੰ ਬੜਾ ਗੁੱਸਾ ਆਇਆ। ਉਹਨਾਂ ਨੇ ਸਿੱਖ ਨੂੰ ਕੰਧ ਤੋਂ ਥੱਲੇ ਉਤਾਰ ਲਿਆ। ਉਹ ਕਹਿਣ ਲੱਗੇ, ਤੂੰ ਕਿਸੇ ਆਂਦੇ ਜਾਂਦੇ ਨੂੰ ਨਹੀਂ ਦੇਖਦਾ, ਤੂੰ ਮਹਾਰਾਜ ਦੇ ਵਸਤਰਾਂ ਤੇ ਮਿੱਟੀ ਪਾ ਦਿੱਤੀ। ਕਈ ਸਿੱਖਾਂ ਨੇ ਉਹਦੇ ਮੂੰਹ ਤੇ ਚੰਡਾ ਮਾਰੀਆਂ। ਸਾਹਮਣੇ ਗੁਰੂ ਸਾਹਿਬ ਘੋੜੇ ਤੇ ਬੈਠੇ ਸਭ ਕੁਝ ਤੱਕ ਰਹੇ ਸਨ। ਗੁਰੂ ਸਾਹਿਬ ਨੇ ਆਵਾਜ਼ਾਂ ਮਾਰੀਆਂ, ਕਿਉਂ ਮਾਰ ਰਹੇ ਹੋ? ਇਹਨੂੰ ਨਾ ਮਾਰੋ। ਜਦੋਂ ਸਿੱਖ ਨੇ ਦੇਖਿਆ ਇਸ ਸਾਹਮਣੇ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਤਾਂ ਉਹ ਉਹਨਾਂ ਕੋਲ ਦੌੜਿਆ ਗਿਆ। ਉਹਨੇ ਮਿੱਟੀ ਵਾਲੇ ਹੱਥ ਪਿਛਾਂਹ ਕਰ ਲਏ ਤੇ ਆਪਣਾ ਸਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ। ਉਹ ਕਹਿਣ ਲੱਗਾ, ਮਹਾਰਾਜ ਬਹੁਤ ਭੁੱਲ ਹੋ ਗਈ, ਤੁਹਾਡੇ ਵਸਤਰਾਂ ਤੇ ਮਿੱਟੀ ਪੈ ਗਈ। ਇਹ ਭੁੱਲ ਅਣਜਾਣਪੁਣੇ ਵਿੱਚ ਹੋਈ, ਮੈਂ ਜਾਣ ਕੇ ਨਹੀਂ ਕੀਤੀ। ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਦੇਖ ਰਹੇ ਨੇ। ਉਹਨਾਂ ਨੇ ਉਹਦੇ ਮਨ ਨੂੰ ਦੇਖਿਆ ਕਿ ਇਹਦੇ ਮਨ ਵਿੱਚ ਬਿਲਕੁਲ ਗੁੱਸਾ ਨਹੀਂ। ਇਹਨੇ ਚੰਡਾਂ ਵੀ ਖਾਧੀਆਂ, ਪੈੜੇ ਬੋਲ ਵੀ ਸੁਣੇ, ਨਾ ਇਹਦੇ ਮਨ ਵਿੱਚ ਗੁੱਸਾ ਹੈ, ਨਾ ਇਹਦੇ ਚਿਹਰੇ ਤੇ ਗੁੱਸੇ ਦਾ ਭਾਵ ਹੈ। ਗੁਰੂ ਸਾਹਿਬ ਉਸ ਸਿੱਖ ਨੂੰ ਕਹਿਣ ਲੱਗੇ, ਤੂੰ ਕੋਈ ਭੁੱਲ ਨਹੀਂ ਕੀਤੀ। ਭੁੱਲ ਉਹਨਾਂ ਨੇ ਕੀਤੀ, ਤੈਨੂੰ ਚੰਡਾ ਮਾਰੀਆਂ, ਮੈਨੂੰ ਚੰਗਾ ਨਹੀਂ ਲੱਗਾ। ਤੂੰ ਦੱਸ ਉਹਨਾਂ ਨੂੰ ਕੀ ਸਜ਼ਾ ਦਈਏ? ਉਸ ਸਿੱਖ ਨੇ ਕਿਹਾ, ਮਹਾਰਾਜ ਉਹਨਾਂ ਨੂੰ ਕਾਹਤੇ ਸਜ਼ਾ ਦੇਣੀ ਹੈ, ਮੈਂ ਤਾਂ ਉਹਨਾਂ ਨੂੰ ਨਮਸਕਾਰ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਤੂੰ ਉਹਨਾਂ ਨੂੰ ਕਿਉਂ ਨਮਸਕਾਰ ਕਰਦਾ ਹੈ? ਉਹਨਾਂ ਨੇ ਤਾਂ ਤੇਰੇ ਉੱਤੇ ਚੰਡਾ ਮਾਰੀਆਂ। ਤਾਂ ਉਸ ਸਿੱਖ ਨੇ ਹੱਥ ਜੋੜ ਲਏ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਿਹਰੇ ਨੂੰ ਦੇਖ ਕੇ ਕਹਿਣ ਲੱਗਾ, ਮਹਾਰਾਜ ਜੇ ਉਹ ਮੈਨੂੰ ਦੀਵਾਰ ਤੋਂ ਲਾ ਕੇ ਨਾ ਚੰਡਾ ਮਾਰਦੇ, ਮਹਾਰਾਜ ਤੁਸੀਂ ਰੁਕਣਾ ਥੋੜੀ ਸੀ, ਤੁਸੀਂ ਤਾਂ ਲੰਘ ਜਾਣਾ ਸੀ। ਇਸ ਮੁਖ ਤੇ ਰੋਜ਼ ਹੀ ਚੰਡਾ ਪੈਂਦੀਆਂ ਰਹਿਣ, ਤੇਰੇ ਰੋਜ਼ ਹੀ ਦਰਸ਼ਨ ਹੁੰਦੇ ਰਹਿਣ। ਇਸ ਭਾਅ ਵਿੱਚ ਇਹ ਸੌਦਾ ਮਹਿੰਗਾ ਨਹੀਂ, ਮੇਰੇ ਰੋਜ਼ ਚੰਡਾ ਪੈਣ, ਪਰ ਮਹਾਰਾਜ ਤੁਹਾਡੇ ਰੋਜ਼ ਦਰਸ਼ਨ ਹੋਣ। ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਘੋੜੇ ਤੋਂ ਥੱਲੇ ਉਤਰ ਗਏ। ਗੁਰੂ ਸਾਹਿਬ ਨੇ ਉਸ ਸਿੱਖ ਨੂੰ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਲਿਆ। ਸਦਕੇ ਜਾਵਾਂ ਤੇਰੇ ਮਿੱਠੇ ਬੋਲਾਂ ਤੇ, ਸਦਕੇ ਜਾਵਾਂ ਤੇਰੀ ਨਿਮਰਤਾ ਤੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਹੋਏ ਮਿੱਠ ਬੋਲਾ ਗੁਰ ਸਿੱਖੀ ਦਾ ਬੋਲਣਾ। ਇੱਕ ਦਿਨ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ, ਦੇਖੀਏ ਸਿੱਖ ਦੀ ਬੋਲੀ ਤੇ ਸਿੱਖ ਦਾ ਸੁਭਾਅ ਕਿੱਦਾਂ ਦਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਭੇਸ ਵਟਾਇਆ, ਆਪਣੇ ਉੱਪਰ ਇੱਕ ਚਾਦਰ ਲੈ ਲਈ। ਉਹ ਇੱਕ ਲੰਗਰ ਦੇ ਅੱਗੇ ਖੜੇ ਹੋ ਗਏ। ਉਹ ਸੇਵਾਦਾਰ ਨੂੰ ਕਹਿਣ ਲੱਗੇ, ਭੁੱਖ ਲੱਗੀ ਹੈ ਤੇ ਪ੍ਰਸ਼ਾਦਾ ਛਕਣਾ ਹੈ। ਸੇਵਾਦਾਰ ਕਹਿਣ ਲੱਗਾ, ਬਾਬਾ ਸਮਾਂ ਤੱਕ ਲਿਆ ਕਰੋ, ਮੂੰਹ ਚੁੱਕ ਕੇ ਆ ਜਾਂਦੇ ਹੋ। ਕਲਗੀਧਰ ਪਾਤਸ਼ਾਹ ਬੜੇ ਹੈਰਾਨ ਹੋ ਗਏ ਕਿ ਇਹਦੀ ਸੇਵਾ ਕਿਹੜੇ ਲੇਖੇ ਵਿੱਚ ਹੈ। ਇਹ ਪਤਾ ਨਹੀਂ ਸਵੇਰ ਤੋਂ ਸ਼ਾਮ ਤੱਕ ਕਿੰਨੇ ਬੰਦਿਆਂ ਨੂੰ ਤੋੜਦਾ ਹੋਏਗਾ। ਗੁਰੂ ਸਾਹਿਬ ਦੂਜੇ ਲੰਗਰ ਦੇ ਅੱਗੇ ਜਾ ਕੇ ਖਲੋ ਗਏ। ਗੁਰੂ ਸਾਹਿਬ ਕਹਿਣ ਲੱਗੇ, ਪ੍ਰਸ਼ਾਦਾ ਛਕਣਾ ਹੈ, ਭੁੱਖ ਲੱਗੀ ਹੈ। ਉਸਨੇ ਵੀ ਕੋਈ ਠੀਕ ਬੋਲ ਨਹੀਂ ਬੋਲੇ। ਉਹ ਕਹਿਣ ਲੱਗਾ, ਲੰਗਰ ਬਣਨਾ ਹੈ, ਸਮਾਂ ਲੱਗੇਗਾ, ਜੇ ਤੂੰ ਰੁਕ ਸਕਦਾ ਤਾਂ ਰੁਕ ਜਾ, ਨਹੀਂ ਤਾਂ ਅੱਗੇ ਚਲੇ ਜਾ। ਅੱਗੇ ਇੱਕ ਹੋਰ ਲੰਗਰ ਲੱਗਾ ਸੀ। ਉਹ ਲੰਗਰ ਭਾਈ ਨੰਦ ਲਾਲ ਜੀ ਦਾ ਸੀ। ਗੁਰੂ ਸਾਹਿਬ ਨੇ ਆਵਾਜ਼ ਦਿੱਤੀ, ਲੰਗਰ ਛਕਣਾ ਹੈ, ਭੁੱਖ ਲੱਗੀ ਹੈ। ਨੰਦ ਲਾਲ ਜੀ ਕਹਿਣ ਲੱਗੇ, ਲੰਗਰ ਛਕ ਕੇ ਜਾਈ। ਗੁਰੂ ਜੀ ਕਹਿਣ ਲੱਗੇ, ਮੈਨੂੰ ਭੁੱਖ ਲੱਗੀ ਹੈ, ਜੇ ਛਕਾਂਦਾ ਤਾਂ ਛਕਾ, ਨਹੀਂ ਤਾਂ ਮੈਂ ਅੱਗੇ ਚਲਿਆ। ਭਾਈ ਨੰਦ ਲਾਲ ਜੀ ਨੇ ਅੱਗੇ ਹੋ ਕੇ ਗੁਰੂ ਸਾਹਿਬ ਦੀ ਬਾਂਹ ਪਕੜ ਲਈ। ਕਹਿਣ ਲੱਗੇ, ਐਦਾਂ ਨਾ ਜਾਈ, ਜੇ ਤੂੰ ਬਗੈਰ ਲੰਗਰ ਛਕਿਆ ਇੱਥੋਂ ਚਲਾ ਗਿਆ
ਤਾਂ ਸਾਡੀ ਸੇਵਾ ਕਿਹੜੇ ਲੇਖੇ ਵਿੱਚ ਪੈਣੀ ਹੈ। ਲੰਗਰ ਬਣਾਉਣ ਵਿੱਚ ਸਮਾਂ ਨਹੀਂ ਲੱਗਣਾ। ਜਦੋਂ ਤੱਕ ਲੰਗਰ ਬਣਦਾ ਹੈ, ਮੈਂ ਤੈਨੂੰ ਗੁਰੂ ਦੀਆਂ ਗੱਲਾਂ ਸੁਣਾਣਾ। ਅਗਲੇ ਦਿਨ ਦੀਵਾਨ ਸਜਿਆ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਅਸੀਂ ਲੰਗਰਾਂ ਵਿੱਚ ਗਏ ਸੀ। ਜਦੋਂ ਗੁਰੂ ਸਾਹਿਬ ਨੇ ਸਾਰੀ ਗੱਲ ਸੁਣਾਈ, ਕੋੜੇ ਬੋਲਣ ਵਾਲਿਆਂ ਦੀ ਸ਼ਰਮ ਨਾਲ ਸਿਰ ਝੁਕ ਗਏ। ਉਹ ਸ਼ਰਮਿੰਦਾ ਹੋ ਗਏ। ਗੁਰੂ ਸਾਹਿਬ ਕਹਿਣ ਲੱਗੇ, ਨੰਦ ਲਾਲ ਅੱਗੇ ਆ ਜਾ। ਨੰਦ ਲਾਲ ਅੱਗੇ ਚਲਾ ਗਿਆ। ਗੁਰੂ ਸਾਹਿਬ ਕਹਿਣ ਲੱਗੇ, ਲੰਗਰਾਂ ਵਿੱਚ ਸਦਾ ਹੀ ਰਸ ਹੈ, ਪਰ ਤੇਰੀ ਰਸਨਾ ਵਿੱਚ ਇੰਨਾ ਰਸ ਹੈ ਕਿ ਦਾ ਦਿਲ ਕਰਦਾ ਹੈ ਕੋਈ ਛਕਣ ਤੋਂ ਬਗੈਰ ਹੀ ਚਲਾ ਜਾਏ। ਭਾਈ ਨੰਦ ਲਾਲ ਜੀ ਕਹਿਣ ਲੱਗੇ, ਮਹਾਰਾਜ ਇੰਨੀ ਪਰਖ ਨਾ ਕਰਿਆ ਕਰੋ। ਸਾਡੀ ਬਾਣੀ ਸਾਨੂੰ ਦੱਸਦੀ ਹੈ ਰੱਬ ਦੀ ਬੋਲੀ ਤੇ ਰੱਬ ਦਾ ਸੁਭਾਅ ਕੀ ਹੈ। ਮਿੱਠ ਬੋਲਣਾ ਜੀ, ਹਰ ਸੱਜਣ ਸੁਆਮੀ ਮੋਰਾ। ਗੁਰੂ ਸਾਹਿਬ ਇੱਕ ਦਿਨ ਸੰਗਤ ਵਿੱਚ ਬੈਠੇ ਸਨ। ਗੁਰੂ ਸਾਹਿਬ ਕਹਿਣ ਲੱਗੇ, ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਰੱਬ ਨੂੰ ਨਾ ਆਉਂਦਾ ਹੋਏ। ਸਿੱਖ ਕਹਿਣ ਲੱਗੇ, ਮਹਾਰਾਜ ਇਹੋ ਜਿਹਾ ਕੋਈ ਕੰਮ ਹੋ ਹੀ ਨਹੀਂ ਸਕਦਾ ਜਿਹੜਾ ਰੱਬ ਨੂੰ ਨਾ ਆਉਂਦਾ ਹੋਏ। ਫਿਰ ਪਰਤ ਕੇ ਗੁਰੂ ਸਾਹਿਬ ਕਹਿਣ ਲੱਗੇ, ਇੱਕ ਕੰਮ ਰੱਬ ਨੂੰ ਨਹੀਂ ਆਉਂਦਾ। ਸਿੱਖ ਕਹਿਣ ਲੱਗੇ, ਮਹਾਰਾਜ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹਨੂੰ ਸਭ ਕੁਝ ਆਉਂਦਾ ਹੈ। ਕਿਹੜਾ ਕੰਮ ਹੈ ਉਹਨੂੰ ਨਹੀਂ ਆਉਂਦਾ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਉਹਨੂੰ ਕੋੜਾ ਬੋਲਣਾ ਨਹੀਂ ਆਉਂਦਾ। ਉਹ ਕੋੜਾ ਬੋਲ ਕੇ ਕਿਸੇ ਦਾ ਦਿਲ ਨਹੀਂ ਦੁਖਾਉਂਦਾ। ਕੋਇਲ ਦੀ ਹਰ ਕੋਈ ਸੋਭਾ ਕਰਦਾ ਹੈ, ਕਾਂ ਨੂੰ ਹਰ ਕੋਈ ਨਿੰਦਦਾ ਹੈ। ਕੋਇਲ ਨੇ ਕਿਸੇ ਦਾ ਕੀ ਸਵਾਰਿਆ, ਕਾਂ ਨੇ ਕਿਸੇ ਦਾ ਕੀ ਵਿਗਾੜਿਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕੋਇਲ ਮਿੱਠਾ ਬੋਲਦੀ ਹੈ ਤਾਂ ਸਾਰਿਆਂ ਨੂੰ ਚੰਗੀ ਲੱਗਦੀ ਹੈ। ਬਾਬਾ ਨੰਦ ਸਿੰਘ ਜੀ ਦੇ ਬਚਨ ਨੇ, ਮਿੱਠੇ ਬੋਲਣ ਨਾਲ, ਨਿਮਰਤਾ ਰੱਖਣ ਨਾਲ ਵਿਪਤਾ ਟਲ ਜਾਂਦੀ ਹੈ। ਕੋਈ ਤੁਹਾਨੂੰ ਕੋੜੇ ਬੋਲ ਬੋਲਦਾ ਹੈ, ਜੇ ਤੁਸੀਂ ਚੁੱਪ ਕਰ ਜਾਓ ਤਾਂ ਸਾਰੇ ਝਗੜੇ ਉੱਥੇ ਹੀ ਮੁੱਕ ਜਾਂਦੇ ਨੇ। ਨਹੀਂ ਤਾਂ ਛੋਟੀਆਂ ਗੱਲਾਂ ਨਾਲ ਝਗੜੇ ਕੋਰਟ ਕਚਹਿਰੀਆਂ ਵਿੱਚ ਚਲੇ ਜਾਂਦੇ ਨੇ। ਛੋਟੀਆਂ ਗੱਲਾਂ ਕਰਕੇ ਪਰਿਵਾਰ ਆਪਸ ਵਿੱਚ ਨਹੀਂ ਬੋਲਦੇ। ਨਿਮਰਤਾ ਦੇ ਨਾਲ, ਮਿੱਠਾ ਬੋਲਣ ਨਾਲ ਵਿਪਤਾ ਦਾ ਸਮਾਂ ਟਲ ਜਾਂਦਾ ਹੈ। ਇਸ ਲਈ ਸਾਨੂੰ ਗੁਰੂ ਸਾਹਿਬ ਸੋਝੀ ਦੇ ਰਹੇ ਨੇ ਕਿ ਤੂੰ ਨਿਮਰਤਾ ਵਿੱਚ ਰਿਹਾ ਕਰ ਤੇ ਮਿੱਠਾ ਬੋਲਿਆ ਕਰ। ਇਹ ਸੀ ਸਿੱਖ ਦੀ ਬੋਲੀ ਤੇ ਸਿੱਖ ਦਾ ਸੁਭਾਅ।